ਮੰਗੇ ਲੁਧਿਆਣਾ ਤੋਂ ਸੂਬੇ ਦੇ ਵਿੱਚ ਅੱਜ ਵੀਕਐਂਡ ਲਾਕਡਾਊਨ ਹੈ। ਸ਼ਨੀਵਾਰ ਤੇ ਐਤਵਾਰ ਦਿਨ ਵੀਕਐਂਡ ਲਾਕਡਾਊਨ ਹੁੰਦਾ ਹੈ, ਪਰ ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਜ਼ਬਰਦਸਤ ਭੀੜ ਵੇਖਣ ਨੂੰ ਮਿਲੀ ਹੈ। ਨਾ ਸੋਸ਼ਲ ਡਿਸਟੈਂਸਿੰਗ, ਨਾ ਮੂੰਹ ਦੇ ਉੱਤੇ ਮਾਸਕ, ਕਰੋਨਾ ਦਾ ਕੋਈ ਖਿਆਲ ਨਹੀਂ ਤੇ ਸਭ ਦੇ ਵਿਚਾਲੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਇੰਤਜ਼ਾਮਾਂ ਦੀ ਵੀ ਪੋਲ ਖੁੱਲਦੀ ਨਜ਼ਰ ਆਈ ਹੈ। ਲੁਧਿਆਣਾ ਦੀ ਸਬਜ਼ੀ ਮੰਡੀ ਦੇ ਵਿੱਚ ਜ਼ਬਰਦਸਤ ਭੀੜ ਵੇਖਣ ਨੂੰ ਮਿਲੀ। ਸ਼ਰੇਆਮ ਕਰੋਨਾ ਨਿਯਮਾਂ ਦੀਆਂ ਧੱਜੀਆਂ ਉਡੀਆਂ ਨੇ, ਲੋਕਾਂ ਦਾ ਭਾਰੀ ਇਕੱਠ ਮੰਡੀ ਦੇ ਵਿੱਚ ਨਜ਼ਰ ਆਇਆ। बिना मास्क ਦੇ ਵੀ ਲੋਕ ਨਜ਼ਰ ਆਏ। ਸਬਜ਼ੀ ਮੰਡੀ ਹੈ, ਸਬਜ਼ੀ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਆਉਂਦੀ ਹੈ। ਸਾਨੂੰ ਪਤਾ ਹੈ ਮੰਡੀਆਂ ਖੁੱਲ ਰਹੀਆਂ ਨੇ, ਦੁਕਾਨਾਂ ਲੱਗ ਰਹੀਆਂ ਜਾਂ ਫਿਰ ਰਿਕਸ਼ਾ ਦੇ ਉੱਤੇ, ਰੇੜੀ ਦੇ ਉੱਤੇ ਲੋਕ ਵੇਚ ਰਹੇ ਨੇ, ਲੋਕ ਖਰੀਦ ਰਹੇ ਨੇ। ਪਰ ਇਸ ਸਭ ਦੇ ਵਿਚਾਲੇ ਜ਼ਰੂਰਤ ਹੈ ਕਿ ਕਿਸ ਤਰੀਕੇ ਨਾਲ ਸੰਭਾਲਿਆ ਜਾਵੇ ਇਸ ਸਥਿਤੀ ਨੂੰ। ਜੇ ਪ੍ਰਸ਼ਾਸਨ ਇਹ ਨਹੀਂ ਕਰ ਰਿਹਾ ਤਾਂ ਲੁਧਿਆਣਾ ਵਰਗਾ ਜ਼ਿਲ੍ਹਾ ਜਿੱਥੇ ਇਸ ਸਮੇਂ ਸਭ ਤੋਂ ਜ਼ਿਆਦਾ ਕੇਸਿਸ ਆ ਰਹੇ ਨੇ, ਉੱਥੇ ਲੋਕਾਂ ਦੀ ਜਾਨ ਦਾਅ ਦੇ ਉੱਤੇ ਲੱਗੇਗੀ ਹੀ। पर दूजे पासे लोगों को भी समझना होगा कि तुहाडा रोजगार है, सबनों पता है, पर जेकर तुसी सोशल डिस्टेंसिंग नहीं रखते तो घातक तुहाडे लई ही हो सकता है। जी मंडी का ऐसा है जी, सब्जी मंडी अकेला लुधियाना की नहीं। आपने पिछले लॉकडाउन में भी देखा होगा कि कन्याकुमारी से लेकर कश्मीर तक सब्जी मंडी की तस्वीरें लगी। सब्जी मंडी एक थोड़ा सा सेंसिटिव इश्यू इसलिए है कि पेरिशेबल आइटम है। पहले तो किसान की बेचारे की चाहे धान हो, गेहूं हो, हर चीज का ही पूर्ण मूल्य मिलना उसको एक इश्यू रहता है। पर ये चीज ऐसी है कि यदि 4-5 घंटे भी अगर कोई गोभी है, टमाटर है, कुछ भी चीज है, अगर वो थोड़ी सी भी स्टेल हो जाए तो उसका रेट नहीं मिलता। तो किसान को वैसे ही रेट इन कर्फ्यू के दिनों में चीजों के दाम क्योंकि गिर जाते हैं बहुत बार, तो इस वजह से किसान लोग अपनी चीज लेके आते हैं और आगे बेचने वाले भी गरीब लोग हैं, आप ये समझिए। बट हाँ, पॉइंट टेकन, उसमें और अच्छा हम करने की कोशिश करेंगे। पर दिस इज समथिंग के 40 लाख लोगों को जहां से सब्जी जाएगी तो थोड़ी भीड़ तो होगी। रुक करते हैं जसवीर बराड़ साडे सहयोगी लुधियाना तो साडे नाल जुड़ रहे हैं। जसवीर, की कुछ तुहाडे कोल जानकारी है मंडी ਨੂੰ ਲੈ ਕੇ? कई तरह के तर्क ਤਾਂ ਅਸੀਂ सुन ਲਏ कि मंडी ਦੇ ਵਿੱਚ ਜਿਹੜੀ ਸਬਜ਼ੀ ਆਂਦੀ ਹੈ ਉਹਨੂੰ ਰੱਖਣਾ ਨਹੀਂ ਹੁੰਦਾ ਜਾਂ ਉਸਦੇ ਰੇਟ ਨਹੀਂ ਮਿਲਦੇ, ਜੇ ਰੱਖ ਲਓ ਸਾਰੀਆਂ ਗੱਲਾਂ ਹੈਗੀਆਂ ਨੇ, ਪਰ ਸੋਸ਼ਲ ਡਿਸਟੈਂਸਿੰਗ ਜਾਂ ਇੰਤਜ਼ਾਮ ਨਾਮ ਦੀ ਕੋਈ ਚੀਜ਼ ਉੱਥੇ ਨਜ਼ਰ ਆਉਂਦੀ ਹੈ ਕਿ ਨਹੀਂ ਆਉਂਦੀ? ਦੇਖੋ ਗੌਰਵ, ਕਿਉਂਕਿ ਲੁਧਿਆਣਾ ਜਿਹੜਾ ਹੈਗਾ ਇਹ ਲਗਭਗ 40 ਲੱਖ ਤੋਂ ਵੱਧ ਦੀ ਆਬਾਦੀ ਵਾਲਾ ਸ਼ਹਿਰ ਹੈਗਾ। ਇੱਥੇ ਮਤਲਬ ਇਹ ਹੈ ਕਿ ਸਬਜ਼ੀ ਮੰਡੀ ਜਿਹੜੀਆਂ ਦੂਜੀਆਂ ਰਿਟੇਲ ਦੀ, ਇਹਦੇ ਨਾਲ ਹੀ ਇੱਕ ਰਿਟੇਲ ਦੀ ਸਬਜ਼ੀ ਮੰਡੀ ਪਹਿਲਾਂ ਲੱਗਦੀ ਸੀਗੀ ਤੇ ਉਹ ਜਦੋਂ ਕਰੋਨਾ ਹੁਣ ਦੂਸਰੀ ਵੇਵ ਆਈ ਤਾਂ ਉਸਨੂੰ ਜਿਹੜਾ ਬੰਦ ਕਰ ਦਿੱਤਾ। ਜਿਹੜਾ ਰਸ਼ ਆ ਉਹ ਇੱਕਦਮ ਜਿਹੜਾ ਹੈ ਵੱਡੀ ਸਬਜ਼ੀ ਮੰਡੀ ਦੇ ਵਿੱਚ, ਜਿਹੜਾ ਹੋਲਸੇਲ ਦੀ ਜਿਹੜੀ ਇਹ ਮੰਡੀ ਹੈ, ਉੱਥੇ ਜਿਹੜਾ ਇਹ ਇੱਕਦਮ ਜਿਹੜਾ ਰਸ਼ ਵੱਧ ਗਿਆ। ਪਰ ਸਵਾਲ ਜਿਹੜੇ ਨੇ ਉਹ ਜਿਹੜਾ ਜ਼ਿਲ੍ਹਾ ਮੰਡੀ ਬੋਰਡ ਹੈਗਾ ਇਹਨਾਂ ਤੇ ਉੱਠ ਰਹੇ ਨੇ, ਕਿਉਂਕਿ ਪਿਛਲੇ ਵਾਰ ਜਿਹੜਾ ਸੀਗਾ ਇੱਕ ਪੁਖਤਾ ਪ੍ਰਬੰਧ ਕੀਤੇ ਗਏ ਸੀਗੇ ਕਿ ਸਿਰਫ 50 ਜਾਂ 100 ਬੰਦੇ ਦੀ ਲਿਮਟ ਤੱਕ ਹੀ ਜਿਹੜਾ ਰੱਖਿਆ ਗਿਆ ਸੀ ਕਿ ਪਹਿਲਾਂ 50 ਬੰਦੇ ਇੱਥੋਂ ਸਬਜ਼ੀ ਖਰੀਦਣਗੇ, ਫਿਰ ਜਦੋਂ ਵਾਪਸ ਬਾਹਰ ਆਉਣਗੇ ਤਾਂ ਉਸ ਤੋਂ ਬਾਅਦ ਅਗਲੇ ਜਿਹੜੀ ਟਰਨ ਵਾਈਜ਼ ਜਿਹੜਾ ਚੱਲੂਗਾ। ਪਰ ਇਸ ਤਰ੍ਹਾਂ ਦੇ ਕੋਈ ਪ੍ਰਬੰਧ ਨਹੀਂ ਕੀਤੇ ਗਏ। ਦੂਸਰੀ ਵੇਵ ਸਭ ਨੂੰ ਪਤਾ ਹੈ ਕਿ ਸਭ ਤੋਂ ਖਤਰਨਾਕ ਹੈ। ਲਗਾਤਾਰ ਜਿਹੜਾ ਸਰਕਾਰ ਦੇ ਵੱਲੋਂ ਵੀ ਇਹ ਕਿਹਾ ਜਾਂਦਾ, ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਕਿਹਾ ਜਾਂਦਾ ਕਿ ਲੋਕ ਸੁਚੇਤ ਰਹਿਣ ਤੇ ਆਪਣੇ ਆਪ ਦਾ ਸੋਸ਼ਲ ਡਿਸਟੈਂਸਿੰਗ ਦਾ ਜਿਹੜਾ ਪਾਲਣਾ ਕਰਨ। ਪਰ ਸਬਜ਼ੀ ਮੰਡੀਆਂ ਜਿਹੜੀਆਂ ਤਸਵੀਰਾਂ ਨੇ ਜਿਹੜੀਆਂ ਉਹ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਿਸ ਤਰ੍ਹਾਂ ਕੀਤਾ ਜਾ ਰਿਹਾ, ਕਿਉਂਕਿ ਜੇ ਇਹਦਾ ਕੰਟਰੋਲ ਜਿਹੜਾ ਹੈ ਮੰਡੀ ਬੋਰਡ ਨੇ ਹੀ ਜਿਹੜਾ ਹੈ ਉਹ ਕਰਨਾ ਹੁੰਦਾ ਹੈ, ਨਾ ਹੀ ਕੋਈ ਸੈਨੀਟਾਈਜ਼ ਦਾ ਉੱਥੇ ਜਿਹੜਾ ਪ੍ਰਬੰਧ ਕੀਤਾ ਗਿਆ। ਇਹ ਵੱਡੇ ਸਵਾਲ ਜਿਹੜੇ ਨੇ ਉਹ ਉੱਠ ਰਹੇ ਨੇ। ਡਬਲ ਰੇਟ ਜਿਹੜੇ ਨੇ ਉਹ ਵੀ ਸਬਜ਼ੀਆਂ ਦੇ ਜਿਹੜੇ ਉੱਥੇ ਡਬਲ ਰੇਟਾਂ ਜਿਹੜੀਆਂ ਸਬਜ਼ੀਆਂ, ਠੀਕ ਹੈ, ਦੋਵੇਂ ਚੀਜ਼ਾਂ ਨੇ। ਇੱਕ ਪਾਸੇ ਕਰੋਨਾ ਕਾਲ ਦੇ ਵਿੱਚ ਸੋਸ਼ਲ ਡਿਸਟੈਂਸਿੰਗ ਦੀ ਧੱਜੀਆਂ ਵੀ ਉਡਾਈਆਂ ਜਾ ਰਹੀਆਂ ਨੇ ਜਸਵੀਰ, ਤੇ ਦੂਜੀ ਗੱਲ ਜੋ ਤੁਸੀਂ ਕਹਿ ਰਹੇ ਹੋ ਕਿ ਸਬਜ਼ੀ ਵੀ ਕਈ ਗੁਣਾ ਰੇਟ ਦੇ ਉੱਤੇ ਵੇਚੀ ਜਾ ਰਹੀ ਹੈ, ਆਮ ਲੋਕਾਂ ਤੱਕ ਜਿਹੜੀ ਉਹ ਸਬਜ਼ੀ ਮਹਿੰਗੀ ਪਹੁੰਚ ਰਹੀ ਹੋਏਗੀ। ਸ਼ੁਕਰੀਆ, ਧੰਨਵਾਦ ਸਾਡੇ ਨਾਲ ਜੁੜਨ ਦੇ ਲਈ, ਇਸ ਪੂਰੀ ਗੱਲਬਾਤ ਦੇ ਲਈ। ਸਬਜ਼ੀ ਮੰਡੀਆਂ ਦੇ ਵਿੱਚ ਭੀੜ ਦੀਆਂ ਖਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਨੇ, ਸਾਰਿਆਂ ਨੂੰ ਖੁਦ ਵੀ ਧਿਆਨ ਰੱਖਣਾ ਹੋਏਗਾ, ਪ੍ਰਸ਼ਾਸਨ ਦਾ ਕੰਮ ਤਾਂ ਹੈ ਹੀ। ਹੁਣ ਅੱਗੇ ਵਧਦੇ ਹਾਂ। ਕਰੋਨਾ ਦੇ ਇਸ ਕਾਲ ਦੇ ਵਿੱਚ ਆਕਸੀਜਨ ਦੀ ਕਿੱਲਤ ਵੀ ਇੱਕ ਵੱਡੀ ਸਮੱਸਿਆ ਬਣ ਕੇ ਸਭ ਦੇ ਸਾਹਮਣੇ ਆਈ ਹੈ। ਕੁਰੂਕਸ਼ੇਤਰ ਤੋਂ ਤੁਹਾਨੂੰ ਖਬਰ ਦਿਖਾਉਂਦੇ ਆ ਜਿੱਥੇ ਆਕਸੀਜਨ ਜਿਹੜੀਆਂ ਐਂਬੂਲੈਂਸ ਨੇ ਉਸ ਦੇ ਵਿੱਚ ਹੀ ਮੌਜੂਦ ਨਹੀਂ। ਇਸ ਕਰਕੇ ਜਿਹੜੇ ਐਂਬੂਲੈਂਸ ਡਰਾਈਵਰ ਨੇ ਉਹਨਾਂ ਨੇ ਆਪਣੀ ਐਂਬੂਲੈਂਸ ਖੜੀਆਂ ਕਰ ਦਿੱਤੀਆਂ ਨੇ ਤੇ ਸਰਕਾਰ ਦੇ ਖਿਲਾਫ ਮੁਜ਼ਾਹਰਾ ਕੀਤਾ। पूरे देश च ऑक्सीजन दी घाट है, सारे पासे हाहाकार है। ना हस्पतालां च ऑक्सीजन है ते ना ही एंबूलेंसां च, जिस कारण एंबूलेंस चालक भड़क गए ने ते एंबूलेंसां ही खड़ियां कर दित्तियां ने। तस्वीरां कुरुक्षेत्र दीयां ने जिथे 2 दर्जन तो वध एंबूलेंसां दे चक्के जाम हो गए।
ਚਾਲਕਾਂ ਨੇ ਆਕਸੀਜਨ ਨਾ ਹੋਣ ਕਾਰਨ ਐਂਬੂਲੈਂਸਾਂ ਖੜੀਆਂ ਕਰ ਦਿੱਤੀਆਂ ਤੇ ਸਰਕਾਰ ਖਿਲਾਫ ਜੰਮ ਕੇ ਰੋਸ ਜਤਾਇਆ। ਚਾਲਕਾਂ ਨੇ ਕਿਹਾ ਕਿ ਬਿਨਾਂ ਆਕਸੀਜਨ ਤੋਂ ਐਂਬੂਲੈਂਸ ਚਲਾਉਣ ਤੇ ਮਰੀਜ਼ਾਂ ਦੇ ਰਿਸ਼ਤੇਦਾਰ ਲੜਦੇ ਨੇ। ਚਾਲਕਾਂ ਨੇ ਬਿਨਾਂ ਆਕਸੀਜਨ ਤੋਂ ਐਂਬੂਲੈਂਸ ਨਾ ਚਲਾਉਣ ਦੀ ਗੱਲ ਆਖੀ ਹੈ ਤੇ ਸਰਕਾਰ ਤੋਂ ਆਕਸੀਜਨ ਦੀ ਮੰਗ ਕੀਤੀ ਤਾਂ ਜੋ ਐਂਬੂਲੈਂਸ 'ਚ ਮਰੀਜ਼ਾਂ ਦੀ ਜਾਨ ਬਚਾਈ ਜਾ सके। ऑक्सीजन अब हमें अवेलेबल नहीं कराई जा रही है और रिटर्न में भी दे के आया उनको, गाड़ी नंबर तक रिटर्न में दे के आया हूँ मैं, ये इतनी गाड़ियाँ हैं और इनको ऑक्सीजन अवेलेबल कराई जाए। लोकल के लिए भी हमारे पास ऑक्सीजन नहीं है, बाहर की तो छोड़ो। ਆਪਣੀ ਸੁਰੱਖਿਆ ਨੂੰ ਲੈ ਕੇ ਚਾਲਕ ਗੰਭੀਰ ਨਜ਼ਰ ਆਏ। ਚਾਲਕਾਂ ਨੇ ਸਰਕਾਰ ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਆਪਣੀ ਜਾਨ ਜੋਖਮ 'ਚ ਪਾ ਕੇ ਉਹ ਕੋਰੋਨਾ ਕਾਲ 'ਚ ਕੰਮ ਕਰ ਰਹੇ ਨੇ, ਜਾਨ ਹਥੇਲੀ ਤੇ ਰੱਖ ਕੇ ਐਂਬੂਲੈਂਸ ਚਲਾ ਰਹੇ ਨੇ, ਪਰ ਸਰਕਾਰ ਕੋਈ ਸੁਣਵਾਈ ਨਹੀਂ ਕਰ ਰਹੀ ਤੇ ਨਾ ਹੀ ਪੀਪੀ ਕਿੱਟਾਂ ਦਿੱਤੀਆਂ ਗਈਆਂ ਨੇ ਤੇ ਨਾ ਹੀ ਮਾਸਕ ਤੇ ਨਾ ਸੈਨੀਟਾइजर। हम अपनी एम्बुलेंस चलाएंगे यदि हमें ऑक्सीजन प्रोवाइड हो जाए तो। ਖੈਰ ਇਹ ਤਾਂ ਪਤਾ ਨਹੀਂ ਕਿ ਚਾਲਕਾਂ ਦੀ ਮੰਗ ਕਦੋਂ ਮੰਨੀ ਜਾਵੇਗੀ, ਕਦੋਂ ਐਂਬੂਲੈਂਸਾਂ 'ਚ ਆਕਸੀਜਨ ਪਹੁੰਚੇਗੀ, ਪਰ ਐਂਬੂਲੈਂਸਾਂ ਨਾ ਚੱਲਣ ਕਾਰਨ ਮਰੀਜ਼ਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੁਰੂਕਸ਼ੇਤਰ ਤੋਂ ਅਸ਼ੋਕ ਯਾਦਵ, ਨਿਊਜ਼ 18।